अस्सलाम वालेकुम। वालेकुम। क्या हाल चाल है भाजी, खैरियत है? भाई जी अल्लाह का बड़ा करम है, ठीक है, दुआ दे रहे हैं। अच्छा भाजी, थोड़ी जिंदगी बड़े शिको फराज से गुजरी है और थोड़े जड़े तल्लकात दा हाता बड़ा वसी आ। ਤੁਸੀਂ ਜ਼ਿੰਦਗੀ ਨੂੰ ਬੜੇ ਕਰੀਬ ਤੋਂ ਪਰਖਿਆ ਹੈ ਤੇ ਤੁਸੀਂ ਕੀ ਸਮਝਦੇ ਜੇ ਕਿ ਜਿਹੜਾ ਦੋਸਤ ਦਾ ਇੰਤਖਾਬ ਹੈ ਉਹ ਕਿਸੇ ਕਸਵੱਟੀ ਤੇ फ़र्क से इंतखाब करना चाहिए है या कि बस जो पसंद दोस्ती आया का दोस्त इंतखाब। दोस्त दोस्त का इंतखाब। बस भाई दोस्ती एक बहुत ਵੱਡਾ ਟੌਪਿਕ ਹੈ ਔਰ ਮੈਂ ਇਹ ਸਮਝਣਾ ਕਿ ਜਿੰਦੇ ਦੋਸਤ ਹੋਣ ਉਹ ਗਰੀਬ ਨਹੀਂ ਹੁੰਦਾ, ਲੇਕਿਨ ਕੁਛ ਤਲਖ ਹਕਾਇਕ ਇਸ ਤਰ੍ਹਾਂ ਦੇ ਨੇ ਕਿ ਇਸ ਵਕਤ ਮੇਰੀ ਜਿਹੜੀ ਉਮਰ ਹੈ ਨਾ ਉਹ 48 लगभग 48 हाँ बस मतलब अंडर 50 ਇਹਦੇ ਵਿੱਚ ਬਚਪਨ ਤੋਂ ਲੱਗ ਤੇ ਡੈਫੀਨਿਟਲੀ ਤੁਹਾਨੂੰ ਪਤਾ ਹੀ ਹੈ ਆਪਾਂ ਤੇ ਬਚਪਨ ਵਿੱਚ ਹੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਆ ਤਕਰੀਬਨ ਯਾਨੀ ਕਿ ਛੋਟੇ ਛੋਟੇ ਹੁੰਦੇ ਸਾਂ ਤੇ ਡੇਰੇ ਜਾ ਤੇ ਬਹਿ ਜਾਣਾ ਬਾਬੇ ਤਾਹ ਮੁਹੰਮਦ ਕੋਲ ਵਾਲਦ ਸਾਹਿਬ ਕੋਲ ਗੱਲਾਂ ਸੁਣਨੀਆਂ ਪਰੇ ਪੰਚਾਇਤਾਂ ਸੁਣਨੀਆਂ ਉਹਨਾਂ ਚੀਜ਼ਾਂ ਤੋਂ ਮਤਲਬ ਅਗਾਂ ਲਾਈਫ ਚੱਲਦੀ ਚੱਲਦੀ ਸਟੂਡੈਂਟ ਲਾਈਫ ਤੋਂ ਅਗਾਂ ਹੋਰ ਦੇ ਹੋਰ ਚਲੇ ਮੈਂ ਅਸਲ ਤੇ ਅਗਲੀ ਜ਼ਿੰਦਗੀ ਚ ਤੁਸੀਂ ਆਏ ਹੋ 2005 ਤੋਂ ਬਾਅਦ। ਹਾਂ ਬਿਲਕੁਲ ਬਿਲਕੁਲ ਜ਼ਿੰਮੇਵਾਰੀਆਂ ਜਿਹਨੂੰ ਬੰਦਾ ਚੁੱਕ ਲੈ। ਅੱਛਾ ਮੈਂ ਇਹਦੇ ਵਿੱਚ ਇੱਕ ਤੁਹਾਨੂੰ ਨਾ ਦੋਸਤੀ ਜਾਂ ਤਾਲੁਕਾਤ ਦੀ ਇੱਕ ਮਿਲਦੀ ਜੁਲਦੀ ਮਿਸਾਲ ਦਿਆਂ। ਮੇਰਾ ਸਵਾਲ ਇਹ ਹੈ ਕਿ ਦੋਸਤ ਦਾ ਇੰਤਖਾਬ ਕਿਸ ਕਸਵੱਟੀ ਤੇ ਕਰਨਾ ਚਾਹੀਦਾ ਹੈ? ਕਿਸੇ ਵੀ ਦੋਸਤ ਨੂੰ ਐਸੇ ਇਮਤਿਹਾਨ 'ਚ ਨਹੀਂ ਪਾਉਣਾ ਚਾਹੀਦਾ ਜਿਹੜਾ ਜਿੰਦਾ ਉਹ ਬੋਝ ਨਾ ਉਠਾ ਸਕੇ। ਇੰਤਖਾਬ ਜਦੋਂ ਦੋਸਤ ਬਣ ਜਾਵੇ ਉਦੋਂ ਤੇ ਫਿਰ ਨਬੀ ਸੱਲੱਲਾਹੁ ਅਲੈਹਿ ਹਦੀਸ ਦਾ ਮਫਹੂਮ ਹੈ ਕਿ ਜਦੋਂ ਤੁਸੀਂ ਦੋਸਤ ਦਾ ਇੰਤਖਾਬ ਕਰ ਲਵੋ ਫਿਰ ਆਪਦੇ ਦਿਲ ਦੇ ਅੰਦਰ ਇੱਕ ਕੂਆ ਬਣਾ ਲਓ ਜਿੰਦੇ ਚੋਂ ਐਬ ਸੱਟੀ ਜਾਓ। ਲੇਕਿਨ ਇੰਤਖਾਬ ਤੋਂ ਪਹਿਲੇ ਦੀ ਮੈਂ ਗੱਲ ਕਰਨਾ, ਜਦੋਂ ਦੋਸਤ ਦਾ ਇੰਤਖਾਬ ਕਰ ਲਿਆ ਤੇ ਫਿਰ ਤਿੰਨਾਂ ਚੀਜ਼ਾਂ ਤੋਂ ਇਲਾਵਾ ਉਹ ਤੁਹਾਡੀ ਜਾਨ ਮਾਲ ਇੱਜ਼ਤ ਤੇ ਨਜ਼ਰ ਨਾ ਰੱਖਦਾ ਹੋਵੇ, ਬਾਕੀ ਸਾਰੇ ਐਬ ਉਹਨੂੰ ਮਾਫ। ਬਹੁਤ ਅੱਛੀ ਤਾਰੀਫ ਤੁਸੀਂ ਹੀ ਕਰ ਦਿੱਤੀ ਮੈਨੂੰ। ਮੇਰੀ ਤੇ ਪ੍ਰੈਕਟੀਕਲੀ ਲਾਈਫ ਦੇ ਵਿੱਚ ਮੇਰਾ ਸਵਾਲ ਹੈ ਕਿ ਇੰਤਖਾਬ ਮਤਲਬ ਦੋਸਤੀ ਤੋਂ ਪਹਿਲੇ ਦੋਸਤ ਦਾ ਇੰਤਖਾਬ ਕਰਨ ਤੋਂ ਪਹਿਲੇ ਕਿਆ ਤੁਸੀਂ ਕਿਸੇ ਕਸਵੱਟੀ ਤੋਂ ਪਰਖੋ ਤੇ ਕਿਸ ਕਸਵੱਟੀ ਤੇ ਪਰਖੋਗੇ? ਸਹੀ ਮੈਂ ਅਗਰ ਤੁਹਾਨੂੰ ਇਹ ਅਰਜ਼ ਕਰਾਂ ਨਾ ਕਿ ਜਿਹੜੇ ਦਿਲ ਵਾਲੇ ਲੋਕ ਨੇ ਉਹ ਦੋਸਤੀ ਹੋਵੇ, ਉਹ ਯਾਰਾਨਾ ਹੋਵੇ, ਉਹ ਮੁਹੱਬਤ ਹੋਵੇ, ਉਹ ਹਮੇਸ਼ਾ ਦਿਮਾਗ ਵਾਲੇ ਲੋਕਾਂ ਦੇ ਹੱਥੋਂ ਮਾਤ ਖਾ। ਤੇ ਜਦੋਂ ਮੈਂ ਡੈਥ ਸੈੱਲ ਚੋਂ ਬਾਹਰ ਨਿਕਲਣ ਲੱਗਾ ਸਾਂ ਤੇ ਇੱਕ ਬਾਬਾ ਲੁੱਡੀ ਸੀ ਤੇ ਬੜਾ ਸਮਝਦਾਰ ਤੇ ਬੜਾ ਸਿਆਣਾ ਦਾਨਾ ਮੀਨਾ ਬੰਦਾ, ਮੈਂ ਰਿਹਾਈ ਤੋਂ ਚੰਦ ਮਿੰਟ ਪਹਿਲੇ ਉਹਦੇ ਕੋਲ ਜ਼ਰੂਰ ਗਿਆ ਕਿਉਂਕਿ ਉਹਦੇ ਕੋਲ ਬਾਕੀ ਲੋਕ ਵੀ ਮਸ਼ਵਰੇ ਲੈਂਦੇ ਸਨ। ਅਗਾ ਉਹਦੀ ਹਿਸਟਰੀ ਵਾਲੇ ਪਾਸੇ ਮੈਂ ਨਹੀਂ ਜਾਂਦਾ। ਮੈਂ ਉਹਦੇ ਕੋਲੋਂ ਜਸਟ ਇੰਨਾ ਪੁੱਛਿਆ ਕਿ ਬਾਬਾ ਜੀ ਮੈਂ ਦੁਨੀਆ ਤੇ ਚੱਲਿਆ ਡੈਥ ਸੈੱਲ ਦੇ ਵਿੱਚੋਂ ਤੇ ਮਤਲਬ ਮੈਨੂੰ ਕੋਈ ਇੱਕ ਗੱਲ ਦੱਸ ਦੇ। ਉਹਨਾਂ ਮੈਨੂੰ ਇਹ ਗੱਲ ਦੱਸੀ ਜਿਹੜੀ ਮੈਨੂੰ ਅੱਜ ਵੀ ਯਾਦ ਹੈ ਤੇ ਮੈਂ ਕੋਸ਼ਿਸ਼ ਵੀ ਕਰਨਾ ਉਹਦੇ ਤੇ ਅਮਲ ਪੈਰਾ ਹੋਣ ਦੀ। ਇਨਸਾਨ ਹੈ, ਅਪਸ ਐਂਡ ਡਾਊਨਸ ਦੇ ਵਿੱਚ ਬੰਦੇ ਤੋਂ ਗਲਤੀਆਂ ਹੁੰਦੀਆਂ ਨੇ, ਬੰਦੇ ਨੂੰ ਇਤਮਾਦ ਵੀ ਕਰਨਾ ਪੈਂਦਾ ਹੈ, ਬੰਦੇ ਨੂੰ ਤਲਕ ਵੀ ਬਣਾਉਣੇ ਪੈਂਦੇ ਨੇ, ਦੋਸਤੀਆਂ ਵੀ ਬਣਾਉਣੀਆਂ ਪੈਂਦੀਆਂ ਨੇ, ਦੋਸਤੀਆਂ ਨਿਭਾਉਣੀਆਂ ਵੀ ਪੈਂਦੀਆਂ ਨੇ। ਦੋਸਤੀ ਦਾ ਮਤਲਬ ਵੀ ਘੱਟ ਹੈ। ਮੈਂ ਇੱਕ ਚੀਜ਼ ਸਮਝਣਾ, ਇੰਤਖਾਬ ਦੋਸਤੀ ਦਾ ਹੁੰਦਾ ਨਹੀਂ, ਦੋਸਤੀ ਹੋ ਜਾਂਦੀ। ਤੇ ਜਦੋਂ ਦੋਸਤੀ ਹੋ ਜਾਵੇ ਨਾ ਉਸਰੇ ਗੱਲ ਤੁਹਾਡੇ ਮਨੋਂ ਨਹੀਂ ਜਾਣੀ ਚਾਹੀਦੀ, ਅੱਗੋਂ ਜਾਂਦੀ ਹੈ ਤਾਂ ਜਾਵੇ। ਅੱਛਾ ਮੈਂ ਵਿੱਚ ਕੋਈ ਗੱਲ ਛੱਡ ਗਿਆ ਬਸ। ਮੈਨੂੰ ਬਾਬੇ ਲੁੱਡੀ ਇਹ ਗੱਲ ਕੀਤੀ ਵੀ ਪੁੱਤਰ ਤੂੰ ਚੱਲਿਆ ਦੁਨੀਆ ਤੇ
ਠੀਕ ਹੈ, ਡੈਥ ਸੈੱਲ ਦੀ ਚੱਕੀ ਚੋਂ ਤੂੰ ਦੁਨੀਆ ਤੇ ਚੱਲਿਆ। ਇੱਕ ਗੱਲ ਯਾਦ ਰੱਖ ਲਵੀਂ, ਕੋਈ ਵੀ ਕੰਮ ਉਹ ਨਾ ਕਰੀ ਜਿਹੜਾ ਤੂੰ ਆਖੇ ਮੇਰੇ ਆ ਯਾਰ ਬੇਲੀ, ਮੇਰੇ ਆ ਸੱਜਣ, ਮੇਰੀਆਂ ਆ ਬਾਵਾਂ, ਮੇਰੀਆਂ ਆ ਬਾਵਾਂ। ਇਸ ਗੱਲ ਤੇ ਬੇਸ਼ੱਕ ਤੇਰੇ ਤਾਲਕ, ਤੇਰਾ ਦੋਸਤਾਨਾ, ਤੇਰਾ ਭਾਈਚਾਰਾ ਸਟਰੋਂਗ ਹੋਵੇਗਾ, ਮਤਲਬ ਇੱਕ ਬਕਟ ਆਫ ਫਲਾਵਰ ਹੋਵੇਗਾ, ਫੁੱਲਾਂ ਦਾ ਗੁਲਦਸਤਾ ਹੋਵੇਗਾ, ਲੇਕਿਨ ਕੰਮ ਉਹ ਕਰੀ ਜਿਹਦਾ ਭਾਰਾ ਸਵੇਰੇ ਤੂੰ ਖੁਦ ਚੁੱਕ ਲੈ। ਨਹੀਂ, ਇਹ ਗੱਲ ਤੇ ਠੀਕ ਹੋ ਗਈ ਨਾ। ਹਾਂ। ਇਹ ਤਾਂ ਹੋ ਗਿਆ ਕਿ ਤੁਸੀਂ ਆਪਣੇ ਆਪ ਤੇ ਕਿੰਨਾ ਰਿਲਾਈ ਕਰਦੇ ਜੀ। ਮੇਰਾ ਸਵਾਲ ਫਿਰ ਉੱਥੇ ਹੀ ਹੈ ਕਿ ਦੋਸਤ ਦਾ ਇੰਤਖਾਬ ਕਰਨ ਤੋਂ ਬਾਅਦ ਤੇ ਉਹਦੇ ਚ ਤੇ ਇਸਲਾਮ ਨੇ ਵੀ ਵਾਜ਼ਾ ਕਰਤਾ, ਲੇਕਿਨ ਇਸਲਾਮ ਨੇ ਦੋਸਤ ਦੇ ਇੰਤਖਾਬ ਤੋਂ ਪਹਿਲੇ ਵੀ ਇਸਲਾਮ ਨੇ ਉਹਦੇ ਬਾਰੇ ਦੱਸਿਆ ਹੈ। ਜਿਵੇਂ ਕਿ ਹਜ਼ਰਤ ਅਲੀ ਰਜ਼ੀ ਅੱਲਾਹ ਤਆਲਾ अन्हु ਦੇ ਅਕਵਾਲ ਨੇ ਕਿ ਤੁਸੀਂ ਅਗਰ ਕਿਸੇ ਦੋਸਤ ਦਾ ਇੰਤਖਾਬ ਕਰਨਾ ਹੈ, ਉਹਦੇ ਨਾਲ ਖਾਣਾ ਖਾਓ, ਉਹਦੇ ਨਾਲ ਸਫ਼ਰ ਕਰੋ, ਉਹਦੇ ਨਾਲ ਗੁਫ਼ਤਗੂ ਕਰੋ, ਇਸ ਤਰ੍ਹਾਂ। ਠੀਕ ਹੈ, ਬਹੁਤ ਅੱਛੀ ਬਾਤ। ਔਰ ਇੱਕ ਬ੍ਰਿਟਿਸ਼ ਦੌਰ 'ਚ ਮੈਂ ਤੁਹਾਡੀ ਗੋਸ਼ਤਗੁਜ਼ਾਰ ਕਰਾਂਗਾ ਕਿ ਇੱਕ ਪ੍ਰੋਫੈਸਰ ਸੀ ਤੇ ਇੱਕ ਸਟੂਡੈਂਟ ਦਾ ਜਦੋਂ ਉਹਨਾਂ ਉੱਥੋਂ ਡਿਗਰੀ ਮੁਕੰਮਲ ਕੀਤੀ ਤੇ ਜਾਣ ਲੱਗੇ ਤੇ ਉਹਨਾਂ ਪ੍ਰੋਫੈਸਰ ਤੋਂ ਪੁੱਛਿਆ ਕਿ ਜਨਾਬ ਸਾਨੂੰ ਜਾਂਦਿਆਂ ਹੋਇਆ ਕੋਈ ਨਸੀਹਤ ਕਰ ਦਿਓ। ਮੈਂ ਬੇਟਾ ਤੁਸੀਂ ਚੱਲੇ ਜੇ ਬਾਹਰ ਜਾਓ ਤੇ ਤੁਹਾਡੇ ਤਲਕਾਤ ਬਣਨ ਤੇ ਤੁਹਾਡੇ ਦੋਸਤ ਅਹਿਬਾਬ ਬਣਨ ਤੇ ਤੁਸੀਂ ਸੋਸ਼ਲ ਹੋਵੋ ਤੇ, ਲੇਕਿਨ ਇੱਕ ਚੀਜ਼ ਦਾ ਖਿਆਲ ਰੱਖਣਾ ਕਿ ਜਦੋਂ ਦੋਸਤ ਦਾ ਇੰਤਖਾਬ ਕਰਨਾ ਹੈ ਨਾ ਤੇ ਫਿਰ ਉਹਨੂੰ ਇਹ ਕਸਵੱਟੀ ਹੈ, ਇਹਦੇ ਤੁਸੀਂ ਉਹਨੂੰ ਪਰਖਣਾ ਹੈ। ਉਹ ਕੀ ਹੈ ਕਿ ਤੁਸੀਂ ਦੋਸਤ ਤੋਂ ਕਰਜ਼ ਮੰਗ ਲਓ, ਅਗਰ ਉਹ ਕਰਜ਼ ਦੇ ਦਿੰਦਾ ਹੈ ਤੇ ਦੋਸਤਾਂ ਦੇ ਸਾਹਮਣੇ ਜਾਂ ਕਿਸੇ ਸਾਹਮਣੇ ਜ਼ਿਕਰ ਕਰ ਦਿੰਦਾ ਹੈ, ਫਿਰ ਵੀ ਉਹਨੂੰ ਰਿਜੈਕਟ ਕਰ ਦਿਓ, ਉਹ ਫੇਲ ਹੋ ਗਿਆ। ਜ਼ਬਰਦਸਤ। ਔਰ ਅਗਰ ਇੱਕ ਦੋਸਤ ਕੋਲ ਤੁਸੀਂ ਕਰਜ਼ ਮੰਗਦੇ ਜੇ ਔਰ ਉਹ ਦੇ ਸਕਦਾ ਹੈ ਤੇ ਨਹੀਂ ਦਿੰਦਾ, ਫਿਰ ਵੀ ਉਹ ਪਹਿਲੇ ਸਟੈਪ 'ਚ ਰਿਜੈਕਟ। ਤੀਸਰੇ ਨੰਬਰ ਤੇ ਤੁਸੀਂ ਉਹ ਕਿਸੇ ਵੀ ਹਲਕਾ ਅਹਿਬਾਬ 'ਚ ਬੈਠਾ ਹੋਇਆ ਉਹਦੇ ਤੇ ਤਨਕੀਦ ਕਰੋ। ਠੀਕ ਹੈ, ਅਗਰ ਉਹਦੇ ਤੇ ਉਹ ਖਾਮੋਸ਼ ਰਹਿੰਦਾ ਹੈ, ਤੁਹਾਨੂੰ ਉਹਦੇ ਤੇ ਤੁਹਾਡੇ ਨਾਲ ਉਹਦੇ 'ਚ ਬਰਹਮ ਤੁਹਾਡੇ ਨਾਲ ਨਹੀਂ ਹੁੰਦਾ ਔਰ ਤੁਸੀਂ ਉਹਦੇ ਤਨਕੀਦ ਕਰਦੇ ਤੇ ਜਵਾਬ ਨਹੀਂ ਦਿੰਦਾ, ਬਾਅਦ 'ਚ ਇਕੱਲਿਆਂ ਉਹਨੂੰ ਵੈਸੇ ਤਾਂ ਪਬਲਿਕ ਵਿੱਚ ਤਨਕੀਦ ਕਰਨੀ ਵੀ ਨਹੀਂ ਚਾਹੀਦੀ ਅੱਛੇ ਦੋਸਤ ਨਹੀਂ, ਲੇਕਿਨ ਇਹ ਪੈਮਾਨਾ ਚੈੱਕ ਕਰਨਾ, ਪੈਮਾਨਾ ਹੈ ਨਾ, ਇਹ ਤਾਂ ਪੈਮਾਨਾ ਹੈ ਨਾ। ਫਿਰ ਤੁਸੀਂ ਉਹਨੂੰ ਦੂਸਰਾ ਉਹਦੇ ਤਨਕੀਦ ਕਰੋ। ਅਗਰ ਉਹ ਤੁਹਾਡੀ ਤਨਕੀਦ ਬਰਦਾਸ਼ਤ ਕਰਦਾ, ਖਾਮੋਸ਼ ਰਹਿੰਦਾ ਔਰ ਤੁਹਾਡੇ ਕੱਲਿਆਂ 'ਚ ਤੁਹਾਡੇ ਨਾਲ ਉਹ ਕਰਦਾ ਹੈ ਤੇ ਫਿਰ ਮਤਲਬ ਉਹ ਜਿਹੜਾ ਹੈ ਨਾ ਦੋਸਤੀ ਦੇ ਕਾਬਲ ਹੈ। ਮੈਂ ਚਾਹਾਂਗਾ ਕਿ ਇਹਦੇ 'ਚ ਤੁਸੀਂ ਮਤਲਬ ਸੋਸ਼ਲ ਲਾਈਫ ਬੜੀ ਭਰਪੂਰ ਤਰੀਕੇ ਨਾਲ ਗੁਜ਼ਾਰੀਏ ਤੇ ਮਤਲਬ ਵੈਸੇ ਬੜੇ ਭਿਆਨਕ ਜਿਹੇ ਐਕਸਪੀਰੀਅੰਸ ਨੇ, ਅਗਰ ਮੈਂ ਉਹ ਸ਼ੇਅਰ ਕਰਾਂ ਤੇ ਮੇਰਾ ਖਿਆਲ ਹੈ ਵੀ ਮੈਂ ਉਹਦੇ ਵਿੱਚ ਨਹੀਂ ਉਹਨੂੰ ਤਾਂ ਸ਼ੇਅਰ ਕਰਨ ਦੀ ਜ਼ਰੂਰਤ ਨਹੀਂ। ਦੋਸਤੀ ਤੇ ਮੇਰਾ ਐਕਸਪੀਰੀਅੰਸ ਹੈ, ਉਹਦੀ ਵਜ੍ਹਾ ਇਹ ਹੀ ਹੁੰਦੀ ਹੈ ਕਮਲਾ ਰਮਲਾ ਜਿਹੜਾ ਮੇਰਾ ਉਹਦੀ ਵਜ੍ਹਾ ਇਹ ਹੀ ਹੈ ਕਿ ਅਸੀਂ ਪਰਖਦੇ ਨੇ ਕਿਸੇ ਵੀ ਕਸਵੱਟੀ ਤੇ। ਨਹੀਂ ਮੈਂ ਨਹੀਂ ਪਰਖਿਆ। ਠੀਕ ਹੈ ਨਾ। ਮੈਂ ਤੁਹਾਨੂੰ ਇੱਕ ਗੱਲ ਸੁਣਾਣਾ ਕਿ ਇਹ ਭਲੇ ਵਕਤਾਂ ਦੀ ਗੱਲ ਹੈ ਕਿ ਇੱਕ ਸੁਨਾਰ ਕੋਲ ਇੱਕ ਬੰਦਾ ਆਇਆ, ਉਹਨੇ ਕਿਹਾ ਕਿ ਇਹ ਜ਼ੇਵਰ ਹੈ, ਮੇਰੇ ਕੋਲ ਸੋਨਾ ਹੈ ਤੇ ਤੁਸੀਂ ਮੇਰੇ ਕੋਲੋਂ ਰੱਖ ਲਓ ਜਿਵੇਂ ਗਹਿਣੇ ਤੇ ਰੱਖਿਆ ਜਾਂਦਾ ਹੈ, ਤੇ ਮੈਨੂੰ ਇੰਨੀ ਪੇਮੈਂਟ ਦੀ ਜ਼ਰੂਰਤ ਹੈ ਤੇ ਫਲਾਂ ਡੇਟ ਨੂੰ ਆ ਤੇ ਮੈਂ ਪੈਸੇ ਦੇ ਤੇ ਆਪਣਾ ਸੋਨਾ ਲੈ ਜਾ। ਹੁਣ ਸੁਨਾਰ ਨੇ ਇਹ ਕੀਤਾ, ਨਾ ਪਰਖਣ ਦੀ ਜਿਹੜੀ ਮੈਂ ਗੱਲ ਕਰਦਾ, ਅਗਰ ਨਾ ਪਰਖੀਏ ਤਾਂ ਸੁਨਾਰ ਨੇ ਉਹਨੂੰ ਉਸ ਜ਼ੇਵਰ ਨੂੰ ਪਕੜਿਆ ਤੇ ਉਹਨੂੰ ਸੋਨੇ ਵਾਲੇ ਖਾਨੇ ਦੇ ਵਿੱਚ ਰੱਖ ਦਿੱਤਾ। ਜਦੋਂ ਡੇਟ ਆਈ ਤੇ ਬੰਦਾ ਨਾ ਆਇਆ, ਉਹਨੇ ਲੜਕੇ ਨੂੰ ਕਿਹਾ ਕਿ ਯਾਰ ਉਹ ਜ਼ੇਵਰ ਕੱਢ ਤੇ ਲਿਆਵੇਂ ਨਾ। ਉਸ ਦੌਰ 'ਚ ਕਸਵੱਟੀ ਹੁੰਦੀ ਸੀ, ਜਿੱਥੋਂ ਕਸੋਟੀ ਲਫ਼ਜ਼ ਪਿਆ, ਉਹ ਪਰਖਦੇ ਸਨ ਦੇ ਕਿ ਸੋਨਾ ਹੈ, ਚਾਂਦੀ ਹੈ, ਪਿੱਤਲ ਹੈ, ਵੱਟੀ ਨਾ ਰਗੜ ਉਹਦੇ ਤੇ ਪਰਖਦੇ ਸਨ। ਤੇ ਉਹ ਚਾਂਦੀ ਪਿੱਤਲ ਨਿਕਲਿਆ।
ਉਹਨੇ ਇਹ ਕੀਤਾ ਕਿ ਉਹਨੂੰ ਉਹ ਸੋਨੇ ਵਾਲੇ ਖਾਨੇ ਚੋਂ ਕੱਢ ਤੇ ਸਮਝ ਇੰਝ ਆਖ ਲਓ ਕਿ ਚਾਂਦੀ ਵਾਲੇ ਖਾਨੇ 'ਚ ਰੱਖ ਦਿੱਤਾ ਜਾਂ ਪਿੱਤਲ ਵਾਲੇ ਖਾਨੇ 'ਚ ਰੱਖ ਜੋ ਠੀਕ ਹੈ ਚੀਜ਼ ਸੀ ਉਹਦੇ ਉਹਦੇ ਮੁਤਾਬਕ ਮੁਤਾਬਕ ਉਹਦੇ ਖਾਨੇ 'ਚ ਰੱਖ ਇਸੇ ਤਰ੍ਹਾਂ ਇਨਸਾਨ ਦੇ ਵੀ ਦਿਲ ਦੇ ਖਾਨੇ ਹੁੰਦੇ ਨੇ ਅਗਰ ਕੋਈ ਦੋਸਤ ਤੁਹਾਨੂੰ ਠੇਸ ਪਹੁੰਚਾਉਂਦਾ ਜਾਂ ਤੁਹਾਡੇ ਜਜ਼ਬਾਤ ਨੂੰ ਮਜਰੂਹ ਕਰਦਾ ਜਾਂ ਤੁਹਾਡੇ ਇਤਮਾਦ ਤੇ ਪੂਰਾ ਨਹੀਂ ਉਤਰਦਾ ਤੇ ਫਿਰ ਉਹਦੇ ਨਾਲ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਕਰਨ ਦੀ ਮੇਰਾ ਖਿਆਲ ਹੈ ਜ਼ਰੂਰਤ ਨਹੀਂ ਹੁੰਦੀ ਫਿਰ ਉਹ ਖਾਨਾ ਬਦਲ ਦਿਓ ਮੇਰੀ ਤੇ ਇਹੀ ਰਾਏ ਹੈ ਇਸ ਬਾਰੇ मैं इससे पहले वीडियो दोस्ती तल्लक रिश्तों के सुन रहे थे तो बस भाई मैं कुछ तल्लक ऐसे वेखे ने तल्लक तो मुराद तल्लक ਤੁਹਾਡਾ ਭਾਈ ਦਾ ਭਾਈ ਨਾਲ ਹੋ ਸਕਦਾ ਹੈ ਕਜ਼ਨ ਨਾਲ ਹੋ ਸਕਦਾ ਹੈ ਤੇ ਦੋਸਤ ਨਾਲ ਦੋਸਤੀ ਹੋ ਸਕਦੀ ਹੈ ਮਜ਼ਾਜ ਮਿਲਣ ਦੀ ਗੱਲ ਹੈ ਨਾ ਤੇ ਮੇਰੇ ਜ਼ਿੰਦਗੀ 'ਚ ਐਸੇ ਵੀ ਤਜਰਬਾਤ ਹੋਏ ਨੇ ਕਿ ਮੈਨੂੰ ਤੇ ਕਿਉਂਕਿ ਮੈਂ ਦਿਲ ਤੋਂ ਐਕਸੈਪਟ ਕਰਦਾ ਸਾਂ ਜਿਹੜੇ ਦੋਸਤ ਨਾਲ ਵੀ ਚੱਲਦਾ ਸਾਂ ਤੇ ਮੈਨੂੰ 10 ਸਾਲ ਤੱਕ ਵੀ ਪਤਾ ਨਹੀਂ ਚੱਲਿਆ ਵੀ ਇਹਦੇ ਔਰ ਜਦੋਂ ਮੈਨੂੰ ਪਤਾ ਚੱਲਿਆ ਤੇ ਮੈਂ ਆਪਦੀ ਬੇਵਕੂਫੀ ਤੇ ਮੈਂ ਸਮਝਣਾ ਵੀ ਮੇਰੀ ਬੇਵਕੂਫੀ ਸੀ ਜਾਂ ਮੈਂ ਇਹ ਸਮਝਣਾ ਨਹੀਂ ਉਹ ਬੇਵਕੂਫੀ ਨਹੀਂ ਹੁੰਦੀ ਉਹ ਤੁਹਾਡਾ ਇਤਮਾਦ ਹੁੰਦਾ ਹੈ ਅਗਰ ਕੋਈ ਇਹ ਸਮਝ ਜਾਂ ਮੈਂ ਇਹ ਲੈਂਦਾ ਹੈ ਸਮਝਣਾ ਕਿ ਮੇਰੀ ਨੇਕ ਨਿਯਤੀ ਸੀ ਕਿ ਮੈਂ ਉਹਦੇ ਵਿੱਚ ਐਬ ਵੇਖਣ ਦੀ ਕੋਸ਼ਿਸ਼ ਕੀਤੀ ਮੈਨੂੰ ਉਹਦੇ ਐਬ ਵੀ ਐਬ ਵੇਖਣੇ ਵੀ ਨਹੀਂ ਮਤਲਬ ਚਾਹੀਦੇ ਬੰਦੇ ਅੱਛਾਈਆਂ ਹੀ ਵੇਖਣੀਆਂ ਚਾਹੀਦੀਆਂ ਨੇ ਜਦੋਂ ਤੁਸੀਂ ਐਬ ਵੱਲ ਤੁਰ ਪੈਂਦੇ ਹੋ ਤੇ ਫਿਰ ਤੁਸੀਂ ਦੋਸਤ ਲੇਕਿਨ ਦਿਲ ਵਾਕਈ ਬੰਦੇ ਦਾ ਉਸਲੇ ਦਿਲ ਫਟ ਜਾਂਦਾ ਹੈ ਕੋਈ ਬੰਦਾ ਤੁਹਾਡੇ ਨਾਲ 10 ਸਾਲ ਤੋਂ ਚੱਲ ਰਿਹਾ ਹੈ ਔਰ 15 ਸਾਲ ਤੋਂ ਜਾਂ 20 ਸਾਲ ਤੋਂ ਚੱਲ ਰਿਹਾ ਹੈ ਅਚਾਨਕ ਇੱਕ ਨਵੀਂ ਗੱਲ ਸਾਹਮਣੇ ਆਉਂਦੀ ਹੈ ਔਰ ਤੁਹਾਡੇ ਅਗੇਂਸਟ ਆਉਂਦੀ ਹੈ ਤੇ ਤੁਸੀਂ ਹੈਰਤ ਹੈਰਾਨ ਜ਼ਦਾ ਰਹਿ ਜਾਂਦੇ ਉਹਦੀ ਇਹੀ ਵਜ੍ਹਾ ਹੈ ਨਾ ਕਿ ਅਸੀਂ ਪਰਖਿਆ ਨਹੀਂ ਹੁੰਦਾ ਪਰਖਿਆ ਨਹੀਂ ਹੁੰਦਾ ਇਹ ਤੇ ਵੇਖੋ ਰੋਜ਼ਮਰਰਾ ਦੇ ਹਾਲਾਤ ਵਿੱਚ ਬਾਤ ਭਾਈ ਪਰਖ ਤਾਂ ਰਹਿ ਹੁੰਦੇ ਆ ਹਜ਼ਰਤ ਵਾਸਫ ਅਲੀ ਵਾਸਫ ਰਹਿਮਤੁल्लाह ਅਲੈਹ ਫਰਮਾਉਂਦੇ ਨੇ ਕਿ ਇਲਮ ਦੌਲਤ ਹੁਸਨ ਇਸ਼ਕ ਇਕਤਦਾਰ ਤਜਰਬਾ ਛਾਂ ਚੀਜ਼ਾਂ ਦੀ ਤਾਕਤ ਹੈ ਦੁਬਾਰਾ ਰਿਪੀਟ ਕਰਿਆ ਜੇ हजरत वासिफ अली वासिफ रहमतुल्लाह अलैह सूफी बुजुर्ग गुजरे ने वो फरमाते ने कि इलम दौलत हुसन इश्क इकतदार तजर्बा छह चीज़ां च ताकत है लेकिन ਜਿਹੜੀ ਦਿਲਚਸਪ ਉਹ ਗੱਲ ਕਰਦੇ ਨਾ ਉਹ ਇਹ ਹੈ ਕਿ ਜਿਹੜਾ ਤਜਰਬਾ ਹੈ ਉਹ ਬਾਕੀ ਪੰਜਾਂ ਚੀਜ਼ਾਂ ਤੇ ਬਰਤਰੀ ਲੈ ਜਾਂਦਾ ਤਜਰਬਾ ਹੁਣ ਤਜਰਬਾਤ ਤੋਂ ਅਸੀਂ ਤਜਰਬੇ ਚੋਂ ਗੁਜ਼ਰਤੇ ਤੇ ਇਹ ਸਮਝਿਆ ਹੈ ਕਿ ਦੋਸਤੀ ਦਾ ਇੰਤਖਾਬ ਕਿਸੇ ਕਸਵੱਟੀ ਤੇ ਕਰਨਾ ਚਾਹੀਦਾ ਇਹ ਤਜਰਬੇ ਦੀ ਤਾਕਤ ਹੈ ਨਾ ਪਹਿਲੇ ਤੇ ਅਸੀਂ ਜ਼ਾਹਿਰੀ ਸ਼ਕਲ ਸੂਰਤ ਜਾਂ ਉਹਦਾ ਜ਼ਾਹਿਰੀ ਰਵਈਆ ਜਾਂ ਜ਼ਾਹਿਰੀ ਚੀਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਉਹਨਾਂ ਨੂੰ ਅਪਣਾ ਲੈਂਦੇ ਸਾਂ ਤੇ ਜਾਂ ਉਹਨਾਂ ਨਾਲ ਇੱਕ ਤਾਲੁਕਾਤ ਕਾਇਮ ਕਰ ਲੈਂਦੇ ਸਾਂ ਦੇ ਬਸ ਭਾਈ ਜਿਹੜਾ ਤੁਹਾਡਾ ਹਲਕਾ ਅਹਿਬਾਬ ਹੈ ਦੋਸਤਾਂ ਦਾ ਮੇਰੀ ਨਜ਼ਰ ਚ ਨਹੀਂ ਚੰਦ ਦੋਸਤ ਤੇ ਤੁਸੀਂ ਉਹਨਾਂ ਦੇ ਐਬ ਕਦੇ ਨਹੀਂ ਔਰ ਕਦੇ ਉਹ ਤੁਹਾਡੇ ਨਾਲ ਮਿਸਅੰਡਰਸਟੈਂਡਿੰਗ ਵੀ ਕਰ ਜਾਣ ਤੁਸੀਂ ਨਜ਼ਰਅੰਦਾਜ਼ ਕਰ ਜਿਹੜਾ ਕਿ ਮੇਰੇ ਕੋਲੋਂ ਨਹੀਂ ਹੁੰਦਾ ਕਿਉਂਕਿ ਮੈਂ ਆਪਦੀ ਨੀਅਤ ਨੂੰ ਇਹ ਹੋਇਆ ਮੈਂ ਉਸ ਤਰ੍ਹਾਂ ਦਾ ਅਸਲ ਵਿੱਚ ਗੱਲ ਇਹ ਕਿ ਤੁਸੀਂ ਅੱਛਾ ਕਰੋ ਕਦੇ ਵੀ ਇਹ ਤਵੱਕੋ ਨਾ ਕਰੋ ਜਿੰਨਾ ਵੀ ਅੱਛਾ ਕਰ ਸਕਦੇ ਜੇ ਕਰੋ ਉਹਦੇ ਮੁਤਬਾਦਲ ਉਹਦੇ ਅਗੇਂਸਟ ਤੁਹਾਡੇ ਨਾਲ ਅੱਛਾ ਹੋਵੇ ਤਾਂ ਇਸ ਗੱਲ ਦੀ ਕੋਈ ਗਰੰਟੀ अपना हल्का बाप बेटा छोटा भी नहीं सी बड़ा वसी हल्का है मैं अगर पर्सनली तौर पे लाओ तो वो अगर हर शख्स पर्सनली तौर पे अगर दूसरा अच्छा ना लावे ना तो फिर एक दो चार लोग ही बचते ने बाकी ताल्लुकात हो सकते ने दोस्ती नहीं मेरी ये गल फिट बैठती है ना कि ਤੁਹਾਡੇ ਦੋਸਤ ਜਿਹੜੇ ਹੁੰਦੇ ਨੇ ਕੁਝ ਦੋਸਤ ਜਿਹੜੇ ਹੁੰਦੇ ਨੇ ਉਹਨਾਂ ਦਾ ਗੁਨਾਹ ਨਹੀਂ ਹੁੰਦਾ ਉਹ ਦਰਖਤ ਦੇ ਪੱਤਿਆਂ ਤਰ੍ਹਾਂ ਚੜ ਜਾਂਦੇ ਮੁਸ਼ਕਲ ਆਵੇ ਔਰ ਕੁਝ ਦੋਸਤ ਹੁੰਦੇ ਨੇ ਜਿਹੜਾ ਆਂਧੀ ਤੂਫਾਨ ਦੇ ਵਿੱਚ ਵੀ ਖੜੇ ਰਹਿੰਦੇ ਨੇ ਲੇਕਿਨ ਜਦੋਂ ਸ਼ਦੀਦ ਕਿਸਮ ਦਾ ਤੂਫਾਨ ਆਵੇ ਤੇ ਉਹ ਦਰਖਤ ਦੇ ਟਾਹਣਾਂ ਦੀ ਤਰ੍ਹਾਂ ਟੁੱਟ ਜਾਂਦੇ
ਤੇ ਕੁਝ ਦੋਸਤ ਐਸੇ ਹੁੰਦੇ ਨੇ ਜਿਹੜੇ ਆਪਾਂ ਨੂੰ ਨਜ਼ਰ ਵੀ ਨਹੀਂ ਆ ਰਹੇ ਹੁੰਦੇ, ਉਹ ਜੜ੍ਹਾਂ ਦਾ ਕਿਰਦਾਰ ਅਦਾ ਕਰਦੇ ਨੇ। ਤੇ ਬੇਸਿਕਲੀ ਮੇਰੀ ਇਹ ਵੀਡੀਓ ਬਣਾਉਣ ਦਾ ਮਤਲਬ ਵੀ ਦੋਸਤੀ ਤੇ ਸੀ। ਲੇਕਿਨ ਜਿਹੜੇ ਤੁਸੀਂ ਪੈਮਾਨੇ ਦੱਸੇ ਨੇ ਨਾ, ਇਹ ਦੋਸਤੀ ਕਰਨ ਤੋਂ ਪਹਿਲੇ ਦੇ ਜਿਹੜੇ ਪੈਮਾਨੇ ਨੇ, ਉਹ ਜ਼ਬਰਦਸਤ ਹੈ। ਉਹ ਮੇਰੇ ਕੋਲ ਦੋਸਤੀ ਨਾ ਮੈਂ ਕਦੇ ਕਰਨ ਤੋਂ ਪਹਿਲੇ ਸੋਚਿਆ, ਬਾਅਦ ਵਿੱਚੋਂ ਵੀ ਕਦੇ ਨਹੀਂ ਸੋਚਿਆ, ਫਿਰ ਨਿਭਾਉਣ ਦੀ ਕੋਸ਼ਿਸ਼ ਕਰੀ ਦੀ ਹੈ। ਉਹਦੇ 'ਚ ਨੁਕਸਾਨ ਹੋਵੇ ਜੋ ਵੀ, ਲੇਕਿਨ ਤੁਸੀਂ ਤੇ ਮਰਕਜ਼ੀ ਖਿਆਲ ਬਿਆਨ ਕੀਤਾ ਹੈ ਜਿਹਦੇ ਵਿੱਚ ਇਹ ਇਹ ਜਿਹੜਾ ਜ਼ਮਾਨਾ ਨਫਸਾ ਨਫਸੀ ਦਾ ਆਲਮ ਹੈ, ਇਹਦੇ ਵਿੱਚ ਵਾਕਈ ਤੁਹਾਨੂੰ ਪਰਖ ਲੈਣਾ ਚਾਹੀਦਾ ਹੈ। ਔਰ ਬਾਅਦ ਦੇ ਪਛਤਾਵੇ ਬਾਅਦ ਦੇ ਪਛਤਾਵੇ ਨਾਲੋਂ ਤੁਹਾਨੂੰ ਪਰਖ ਲੈਣਾ ਚਾਹੀਦਾ। ਲੇਕਿਨ ਮੈਂ ਤਾਂ ਇਹ ਵੇਖਿਆ ਹੈ ਕਿ ਮੈਂ ਜ਼ਿੰਦਗੀ ਮੇਰਾ ਜਿਹੜਾ ਲਾਈਫ ਦਾ ਤਜਰਬਾ ਹੈ, ਹੁਣ ਇਸ ਵਕਤ ਜੋ ਅਲਮੀਆ ਹੈ ਸੋਸਾਇਟੀ ਦਾ, ਉਹ ਇਹ ਹੀ ਹੈ ਕਿ ਰੋਣਾ ਧੋਣਾ ਜੋ ਹੈ, ਜੋ ਗਿਲੇ ਸ਼ਿਕਵੇ ਨੇ, ਸ਼ਿਕਾਇਤਾਂ ਨੇ ਦੋਸਤੀ ਦੇ ਮੁਤਲਕ, ਤਲਕਾਤ ਦੇ ਮੁਤਲਕ ਕਿ ਉਹ ਸਾਡੀ ਉਮੀਦ ਤੇ ਪੂਰਾ ਨਹੀਂ ਉਤਰਿਆ, ਫਲਾਂ ਸਾਡੀ ਉਮੀਦ ਤੇ ਪੂਰਾ ਨਹੀਂ ਉਤਰਿਆ, ਉਹਦੇ ਤੇ ਉਹ ਤਵਕਵਾਤ ਵਾਬਸਤਾ ਕਿ ਉਹਨੇ ਪੂਰਾ ਨਹੀਂ ਉਤਰਿਆ। ਉਹਦੀ ਵਜ੍ਹਾ ਇਹ ਹੀ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਪਰਖਿਆ ਨਹੀਂ ਹੁੰਦਾ ਕਿਸੇ ਵੀ ਕਸਵੱਟੀ ਤੇ ਬਾਕੀ ਇਹ ਚੀਜ਼ ਹੈ ਕਿ ਅੱਛਾ ਕੁਦਰਤੀ ਤੌਰ ਤੇ ਬਸ ਮੈਂ ਕਦਾ ਕਲਾਮੀ ਮਾਫ ਹੋ, ਮੈਂ ਕਦੇ ਵੀ ਕਿਸੇ ਦੋਸਤ ਨੂੰ ਨਾ ਇਸ ਵਜ੍ਹਾ ਤੋਂ ਨਹੀਂ ਪਰਖਦਾ, ਇਸ ਵਜ੍ਹਾ ਤੋਂ ਕਦੇ ਨਹੀਂ ਅਜ਼ਮਾਇਆ ਕਿ ਯਾਰ ਇਹ ਕੀ ਸਮਝੇਗਾ। ਦੋਸਤੀ ਤੋਂ ਬਾਅਦ ਨਹੀਂ ਪਰਖਣਾ ਚਾਹੀਦਾ। ਹਾਂ ਨਹੀਂ, ਮੈਂ ਤੁਹਾਨੂੰ ਆਪਦੀ ਸੋਚ ਬਿਆਨ ਕਰ ਰਿਹਾ ਨਾ ਕਿ ਮੈਂ ਉਹਨੂੰ ਪਰਖਣ ਦੀ ਹਿੰਮਤ ਹੀ ਨਹੀਂ ਕਰਦਾ ਦੋਸਤੀ 'ਚ। ਮਤਲਬ ਇਹ ਮੈਂ ਆਪਦੀ ਫੀਲਿੰਗ ਤੁਹਾਨੂੰ ਦੱਸਦਾ ਪਿਆ ਕਿ ਜਿਹਦੇ ਨਾਲ ਤਲਕ ਬਣ ਗਿਆ ਸੋ ਬਣ ਗਿਆ, ਉਹਨੂੰ ਨਿਭਾਉਣਾ। ਲੇਕਿਨ ਜਿਹੜੇ ਅਬਾਸ ਭਾਈ ਅੱਛੇ ਖੂਨ ਦੀ ਅਲਾਮਤ ਹੁੰਦੇ ਨੇ ਨਾ, ਖਾਨਦਾਨੀ ਹੁੰਦੇ ਨੇ, ਨਸਲੀ ਹੁੰਦੇ ਨੇ, ਉਹ ਤਲਕ ਛੱਡ ਵੀ ਜਾਣ ਨਾ ਤੇ ਆਪਦੇ ਸੱਜਣ ਦਾ ਬੁਰਾ ਨਹੀਂ ਕਰਦੇ, ਦੁਸ਼ਮਣ ਦੀ ਸਾਫ 'ਚ ਸ਼ਾਮਲ ਨਹੀਂ ਹੁੰਦੇ। ਲੇਕਿਨ ਉਹ ਦੁਸ਼ਮਣਾਂ ਦੀ ਸਾਫ 'ਚ ਵੀ ਨਹੀਂ ਸ਼ਾਮਲ ਹੁੰਦੇ, ਉਹ ਤੁਹਾਡਾ ਬੁਰਾ ਵੀ ਨਹੀਂ ਕਰਦੇ। ਤਲਕ ਖਤਮ ਵੀ ਹੋ ਜਾਵੇ ਨਾ ਤੇ ਉਹ ਤੁਹਾਡੀ ਬੁਰਾਈ ਨਾ ਸੁਣਦੇ ਨੇ ਨਾ ਕਰਦੇ। ਇਹ ਗੱਲ ਇਹ ਹਲਫੜ ਮੈਂ ਗੱਲ ਕਰਦਾ। ਉਹਦੇ ਬਿਲਕੁਲ एग्जांपल मौजूद भी है। और कुछ कमीने लोग ऐसे होंगे ने या तलक अल्फाज का चुनाव ठीक करो, बाकी नहीं कुछ लोग होंगे ने ना इस तरह के कम ज़र्फ भी होंगे ने ना कि एक पासों मतलब निकल गया ते फौरी किक करा दिता तलक नूं। और ਉਹਦੇ ਵਿੱਚ ਉਹਨੂੰ ਤੁਸੀਂ ਵੇਖੋ, ਗੱਲ ਇਹ ਕਿ ਤਾਲਕ, ਦੋਸਤੀ ਤੇ ਮੁਹੱਬਤ, ਇਹਨਾਂ 'ਚ ਫਰਕ ਹੈ। ਤਾਲਕ ਤੁਹਾਡਾ ਹੋ ਸਕਦਾ ਸੋਸ਼ਲ, ਦੂਸਰਾ ਕਾਰੋਬਾਰੀ ਤਲਕਾਤ ਵੀ ਹੋ ਸਕਦੇ ਨੇ, ਉਹਦੇ ਮੁxtਲਿਫ ਕਿਸਮਾਂ ਹੁੰਦੀਆਂ ਨੇ। ਦੋਸਤੀ ਇੱਕ ਖਾਸ ਚੀਜ਼ ਹੈ। ਮੁਹੱਬਤ ਅੱਲਾਹ ਤਾਲਾ ਦੀ ਇੱਕ ਮੁਹੱਬਤ ਅੱਲਾਹ ਤਾਲਾ ਦਾ ਇੱਕ ਅਸਮਾਨੀ ਤੋਹਫਾ ਹੈ। ਠੀਕ ਹੈ। ਹੁਣ ਗੱਲ ਇਹ ਕਿ ਜਿਹੜਾ ਇਹ ਵਕਤ ਮਤਲਬ ਚੱਲ ਰਿਹਾ ਹੈ ਨਾ, ਜੋ ਇਸ ਸੋਸਾਇਟੀ ਦਾ ਅਲਮੀਆ ਬਣ ਚੁੱਕਿਆ ਹੈ, ਉਹ ਇਹ ਹੀ ਹੈ ਕਿ ਹਰ ਬੰਦਾ ਹੀ ਇਹ ਰੋਣਾ ਧੋਣਾ ਕਰਦਾ ਪਿਆ ਕਿ ਮੇਰੇ ਨਾਲ ਵਫਾ ਨਹੀਂ ਹੋਈ। ਮੇਰਾ ਨਹੀਂ ਖਿਆਲ ਨਹੀਂ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ, ਖਾਮੋਸ਼ ਹੋ ਜਾਣਾ ਚਾਹੀਦਾ। ਦੂਸਰੀ ਇਹ ਗੱਲ ਹੈ ਕਿ ਦੋਸਤੀ ਕਰਨ ਤੋਂ ਬਾਅਦ ਅਗਰ ਬੰਦਾ ਤੁਹਾਨੂੰ ਨਜ਼ਰ ਅੰਦਾਜ਼ ਕਰਦਾ ਹੈ ਜਾਂ ਧੋਖਾ ਦੇ ਦਿੰਦਾ ਹੈ, ਧੋਖਾ ਨਾ ਵੀ ਦੇਵੇ, ਅਗਰ ਨਜ਼ਰ ਅੰਦਾਜ਼ ਕਰਦਾ ਜਾਂ ਤੁਸੀਂ ਮਹਿਸੂਸ ਕਰਦੇ ਜੀ ਕਿ ਮੈਂ ਇਹਦੇ ਤੇ ਬੋਝ ਹਾਂ, ਤੇ ਉਹ ਖਾਮੋਸ਼ੀ ਨਾਲ ਆਪਣੇ ਆਪ ਨੂੰ ਅਲੱਗਾ ਕਰ ਲਓ। ਇੰਤਕਾਮੀ ਨਾ ਹੋਵੋ, ਇੰਤਕਾਮੀ ਨਾ ਹੋਵੋ। ਉਹਦੇ ਮੁਤਲਕ ਤੁਸੀਂ ਕੋਈ ਵੀ ਜਿਹੜਾ ਹੈ ਨਾ ਕਮੈਂਟਸ ਪਾਸ ਦੇਖੋ ਨਾ, ਲੋਕ ਅਸਲ 'ਚ ਵਕਤ ਦੇ ਤਕਾਜ਼ੇ ਨਾਲ ਚੱਲਦੇ ਨੇ। ਉਹਨਾਂ ਕੋਈ ਸ਼ੇਰ ਵੀ ਹੈ, ਬਦਲਾ ਜੋ ਵਕਤ ਗਹਿਰੀ ਰਫਾਕਤ ਬਦਲ गई, सूरज ढला तो साए की सूरत बदल गई। एक वक्त तक मैं उसकी जरूरत बना रहा, एक वक्त तक मैं उसकी जरूरत बना रहा, फिर यूं हुआ कि उसकी जरूरत बदल गई। गल के फिर मैं वो शेर अर्ज करांगा कि कौन पूछता है ढली शाम के गहरे साए को, हर शख्स चढ़ते सूरज का पुजारी निकला। ਚੰਦ ਲੋਕ ਹੁੰਦੇ ਨੇ ਜਿਹੜੇ ਤੁਹਾਡੇ ਬੁਰੇ ਵਕਤ ਦੇ ਵਿੱਚ ਵੀ ਤੁਹਾਡੇ ਸਾਥੀ ਹੁੰਦੇ ਨੇ, ਤੁਹਾਡੇ ਨਾਲ ਸ਼ਾਨਾ ਬਿਸ਼ਾਨਾ ਖੜੇ ਹੁੰਦੇ ਨੇ, ਕੰਧੇ ਨਾਲ ਕੰਧਾ ਮਿਲਾ ਕੇ ਖੜੇ ਹੁੰਦੇ ਨੇ, ਔਰ ਉਹ ਆਪਣੀ ਦੋਸਤੀ ਨੂੰ ਪ੍ਰੂਵ ਕਰਦੇ ਨੇ। ਅੱਛਾ, ਬਾਅਦ ਔਕਾਤ
ਤੁਹਾਨੂੰ ਦੋਸਤੀ ਤੋਂ ਸਿਰਫ ਇੱਕ ਥਪਕੀ ਦੀ ਜ਼ਰੂਰਤ ਹੁੰਦੀ ਹੈ। ਹਾਂ, ਹੌਸਲਾ, ਯਾਰ ਮੈਂ ਤੇਰੇ ਨਾਲ ਹਾਂ, ਬਸ ਉਸ ਤੋਂ ਬਾਅਦ ਸ਼ਾਇਦ ਉਹਨੂੰ ਇਹ ਜ਼ਰੂਰਤ ਵੀ ਨਾ ਪਵੇ। ਉਸ ਤੋਂ ਜ਼ਿਆਦਾ ਜ਼ਰੂਰਤ ਵੀ ਨਾ ਪਵੇ। ਜਿਹੜੀ ਬਸ ਭਾਈ ਨਫਸਾ ਨਫਸੀ ਦਾ ਇਹ ਆਲਮ ਹੈ ਕਿ ਹੁਣ ਤੇ ਲੋਕ ਖੁਦਾ ਦੀ ਕਸਮ ਇੰਨੇ ਤਨਾਅ ਹੋ ਗਏ ਨੇ, ਕਿਉਂਕਿ ਅੰਗਰੇਜ਼ਾਂ ਨੇ ਤਾਂ ਅਪਣਾ ਲਿਆ ਆਪਦੀ ਲੈਦਗੀ ਨੂੰ, ਔਰ ਪੈਟ ਪਾਲ ਲੈਂਦੇ ਨੇ। ਵੇਖੋ, ਪੈਟ ਉਹ ਬਿੱਲੀਆਂ ਦਾ ਜਾਂ ਕੁੱਤਿਆਂ ਦਾ, ਉਹਨਾਂ ਨਾਲ ਤਨਹਾਈ, ਯਾਨੀ ਕਿ ਤੁਸੀਂ ਕਿਸੇ ਨਾਲ ਆਪਦੀ ਜਿਹੜੀ ਪਰਸਨਲ ਡਿਸਕਸ ਹੈ ਨਾ, ਝੋਰਾ ਚੋਖਾ, ਉਹ ਤੁਸੀਂ ਕਰੋ ਦੇ, ਤੇ ਇਹਦਾ ਮਤਲਬ ਹੈ ਕਿ ਉਹ ਗੱਲ ਫੈਲ ਗਈ। ਨਹੀਂ, ਉਹਦੇ ਚ ਤੁਹਾਡਾ ਵੇਖੋ, ਕੁਝ ਲੋਕ ਹੁੰਦੇ ਨੇ ਤੁਹਾਨੂੰ ਦੂਰ ਤੋਂ ਵੇਖ ਰਹੇ, ਜਿਹੜੀ ਗੱਲ ਬੰਦਾ ਆਪਦੇ ਦਿਲ 'ਚ ਨਹੀਂ ਰੱਖ ਸਕਦਾ, ਦੂਸਰਾ ਕਿਵੇਂ ਰੱਖੇ? ਮੇਰੀ ਗੱਲ ਸੁਣ ਲਓ ਨਾ, ਕੁਝ ਲੋਕ ਤੁਹਾਨੂੰ ਦੂਰ ਤੋਂ ਵੇਖ ਰਹੇ ਹੁੰਦੇ ਨੇ, ਉਹ ਵੀ ਤੁਹਾਡੇ ਬਾਰੇ ਇੱਕ ਰਾਏ ਕਾਇਮ ਕਰ ਲੈਂਦੇ ਨੇ। ਕੁਝ ਲੇਕਿਨ ਉਹ ਜ਼ਿਆਦਾ ਜਾਣਦੇ ਨਹੀਂ ਹੁੰਦੇ। ਹਾਂ, ਉਹਨਾਂ ਨੇ ਤਾਂ ਬਸ ਜੋ ਸੁਣਿਆ ਹੁੰਦਾ ਹੈ, ਜੋ ਸੁਣਿਆ, ਮਤਲਬ ਜੋ ਉਹਦੇ ਤੇ ਉਹ ਇਤਮਾਦ ਕਰਦੇ ਹੋਇਆ ਉਹਨੂੰ ਵੇਖ ਲੈਂਦੇ ਨੇ। ਕੁਝ ਹੁੰਦੇ ਨੇ ਜਿਹੜੇ ਤੁਹਾਡੇ ਹਲਕਾ ਅਹਿਬਾਬ ਚ ਆਉਂਦੇ ਨੇ, ਉਹ ਤੁਹਾਨੂੰ ਕਰੀਬ ਤੋਂ ਜਾਣਦੇ ਨੇ, ਔਰ ਸਭ ਤੋਂ ਜ਼ਿਆਦਾ ਜੋ ਜਾਣਦਾ ਉਹ ਇਨਸਾਨ ਖੁਦ ਆਪਣੇ ਬਾਰੇ ਜਾਣਦਾ ਕਿ ਮੈਂ ਕੀ ਹਾਂ, ਮੈਂ ਕੌਣ ਹਾਂ। ਠੀਕ ਹੈ ਨਾ? ਤੇ ਮੇਰਾ ਖਿਆਲ ਮਜ਼ੀਦ ਲੰਬਾ ਹੋ ਜਾਏਗਾ ਤੇ ਕੋਈ ਗੱਲ ਨਹੀਂ। ਮੈਂ ਬਸ ਭਾਈ ਨਾ ਇਹ तमाम ਅਪਸ ਐਂਡ ਡਾਊਨਸ ਤੋਂ ਗੁਜ਼ਰ ਕੇ ਮੈਂ ਅੱਜ ਸਮਝਣਾ, ਮੇਰੀ ਜਿਹੜੀ ਅੱਜ ਦੀ ਸੋਚ ਹੈ ਕਿ ਨਫ਼ਰਤਾਂ ਲਈ, ਕਦੂਰਤਾਂ ਲਈ, ਬੁਗਜ਼ ਲਈ, ਰਿਆਕਾਰੀ ਲਈ ਕੋਈ ਵਕਤ ਨਹੀਂ। ਜ਼ਿੰਦਗੀ ਬੜੀ ਮਹਿਦੂਦ ਹੈ। ਅੱਛਾ ਕਰੋ, ਪੋਜ਼ਿਟਿਵ ਕਰੋ, ਕੋਈ ਦੋਸਤ ਹੋਵੇ, ਰਿਸ਼ਤੇਦਾਰ ਹੋਵੇ, ਤੁਹਾਡੀ ਤਰਫੋਂ ਅੱਛਾ ਹੋਣਾ ਚਾਹੀਦਾ। ਅਗਰ ਅਗਲਾ ਬੰਦਾ ਤੁਹਾਡੇ ਤੇ ਨੈਗੇਟਿਵ ਨਜ਼ਰ ਰੱਖਦਾ ਹੈ ਤੇ ਉਹ ਜਾਣੇ ਤੇ ਰੱਬ ਜਾਣੇ। ਤੁਹਾਡੀ ਬੜੀ ਮੁਸਬਤ ਸੋਚ ਹੈ, ਔਰ ਇਹਨੂੰ ਅਪਣਾਉਣਾ ਵੀ ਚਾਹੀਦਾ ਹੈ। ਲੇਕਿਨ ਜਿਹੜੀਆਂ ਇਹਤਿਆਤੀ ਤਦਾਬੀਰ ਹੁੰਦੀਆਂ ਨੇ, ਉਹਨਾਂ ਨੂੰ ਵੀ ਬਲਾਏ ਤਾਕ ਨਹੀਂ ਰੱਖਣਾ ਚਾਹੀਦਾ। I agree with you 110%. ਥੈਂਕ ਯੂ ਬ੍ਰਦਰ। ਤੇ ਬਾਕੀ ਦੂਸਰਾ, ਜਿਹੜੀ ਸੋਸ਼ਲ ਲਾਈਫ ਹੁੰਦੀ ਹੈ, ਉਹਦੇ ਚ ਤੁਹਾਡੇ ਨਾਲ ਹਰ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਵਾਬਸਤਾ ਹੁੰਦੇ ਨੇ, ਤੇ ਉਹਦੇ ਚ ਉਹਨੂੰ ਮਸਾਲਾ ਨਹੀਂ ਦੇਣਾ ਚਾਹੁੰਦੇ, ਕਿਉਂਕਿ ਅਸੀਂ ਕਿਸੇ ਨੂੰ ਉਹਦੀ ਜ਼ਰੂਰਤ ਨਹੀਂ, ਨਾਮੀਨੇਟ ਨਹੀਂ ਕਰ ਸਕਦੇ। ਨਹੀਂ, ਐਸਾ ਕਰਨਾ ਵੀ ਨਹੀਂ ਚਾਹੀਦਾ। ਤੇ ਉਹ ਤੁਹਾਡੇ ਦਿਲ ਦੇ ਖਾਨੇ ਜੋ ਹੈ ਨੇ ਨਾ, ਇੱਕ ਜੋ ਕੱਢ ਤੇ ਦੂਜੇ ਚ ਰੱਖ ਦਿਓ। ਤੇ ਬਹਿਰਕੈਫ ਵੇਖੋ, ਜਿਹੜੀ ਤਨਾਈ ਤੇ ਗੱਲ ਹੋ ਰਹੀ ਸੀ, ਮੈਂ ਥੋੜਾ ਜਿਹਾ ਇਹਦੇ ਤੇ ਜ਼ਰਾ ਕਰ ਦੇ। ਤਨਹਾਈ ਵੀ ਨਬੀ ਸੱਲਮ ਦੀ ਸੁਨਨਤ ਹੈ। ਗਾਰੇ ਹਰਾ ਦੇ ਵਿੱਚ ਆਪ ਸੱਲਮ ਨੇ ਵਕਤ ਗੁਜ਼ਾਰਿਆ। ਤਨਹਾਈ ਨਿਅਮਤ ਵੀ ਹੈ, ਤਨਹਾਈ ਅਜ਼ਾਬ ਵੀ ਹੈ। ਅਗਰ ਤਨਹਾਈ ਦੇ ਵਿੱਚ ਤੁਸੀਂ ਅੱਲਾ ਨਾਲ ਤਾਲੁਕ ਜੋੜਦੇ ਜੇ, ਤਨਹਾਈ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕੁਝ ਸਿੱਖਣ ਤੇ, ਮੁਤਾਲਿਆ ਕਰਨ ਤੇ ਇਸ ਤਰ੍ਹਾਂ ਦਾ ਕਰਦੇ ਜੋ, ਤਾਂ ਤਨਹਾਈ ਤੁਹਾਡੇ ਲਈ ਨਿਅਮਤ ਬਣ ਜਾਂਦੀ ਹੈ। ਔਰ ਅਗਰ ਤੁਸੀਂ ਮਾਜ਼ੀ ਨੂੰ ਲੈ ਕੇ ਬੈਠ ਜਾਂਦੇ ਜੇ, ਮਾਜ਼ੀ ਦੇ ਜਿਹੜੀਆਂ ਗਲਤੀਆਂ ਨੇ, ਮਾਜ਼ੀ ਦੇ ਜਿਹੜੇ ਮਾਮਲਾਤ ਨੇ, ਉਹਨਾਂ ਨੂੰ ਜਾਂ ਜੋ ਤੁਸੀਂ ਪਿੱਛੇ ਮਾਜ਼ੀ 'ਚ ਖੋਇਆ ਹੁੰਦਾ ਹੈ, ਜੋ ਤੁਹਾਡੇ ਨੁਕਸਾਨਾਤ ਹੋਏ ਹੁੰਦੇ ਨੇ, ਜੋ ਤੁਹਾਡੇ ਖਸਾਰੇ ਹੋਏ ਹੁੰਦੇ ਨੇ, ਉਹਨਾਂ ਨੂੰ ਤੁਸੀਂ ਅਗਰ ਮੱਦੇ ਨਜ਼ਰ ਰੱਖਦੇ ਜੇ, ਤੇ ਤੁਹਾਡਾ ਫਿਊਚਰ ਵੀ ਤਬਾਹ ਹੈ, ਤੁਹਾਡਾ ਹਾਲ ਵੀ ਤਬਾਹ ਹੈ। ਇਸ ਲਈ ਮਾਜ਼ੀ ਨੂੰ ਮੱਦੇ ਨਜ਼ਰ ਜ਼ਰੂਰ ਰੱਖੋ। ਅੱਜ ਤੋਂ ਜ਼ਿੰਦਗੀ ਸ਼ੁਰੂ ਕਰੋ। ਅੱਜ ਤੋਂ ਅੱਗੇ ਪਿੱਛੇ ਜੋ ਹੋ ਗਿਆ ਸੋ ਹੋ ਗਿਆ, ਗੁਜ਼ਰ ਗਿਆ, ਉਹ ਮਾਜ਼ੀ ਦਾ ਹਿੱਸਾ ਬਣ ਗਿਆ। ਅੱਜ ਚਾਹੇ ਉਮਰ ਮੇਰੀ 45 ਸਾਲ ਹੈ, ਤੁਹਾਡੀ 47 48 ਸਾਲ ਹੈ, ਮਤਲਬ ਮੇਰਾ ਖਿਆਲ ਹੈ ਕਿ ਜ਼ਿੰਦਗੀ ਦਾ ਆਗਾਜ਼ ਹੋਣ ਤੋਂ ਹੀ ਕਰਨਾ ਚਾਹੀਦਾ ਹੈ। I agree with you. Thank you. Allah Hafiz. जी, ये बात